Attention Outlook। ਸ਼ਲੋਕ ਮਹਿਲਾ ਚੌਥਾ। ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪ੍ਰਵਾਨ, ਜਿਨਾ ਸਾਸ ਗਿਰਾਸ ਨਾ ਵਿਸਰੈ ਸੇ ਪੂਰੇ ਪੁਰਖ ਪ੍ਰਧਾਨ। ਗੁਰੂ ਜੀ ਕਹਿੰਦੇ ਸੌਣਾ ਕੀ ਤੇ ਜਾਗਣਾ ਕੀ। ਜੋ ਗੁਰਮੁਖ ਮਨੁੱਖ ਹਨ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹਨ, ਉਹਨਾਂ ਲਈ ਇਹ ਦੋਵੇਂ ਹੀ ਹਾਲਤਾਂ ਪ੍ਰਵਾਨ ਨੇ। ਦੋਵੇਂ ਹੀ ਹਾਲਤਾਂ ਇੱਕੋ ਜਿਹੀਆਂ ਹਨ। ਉਹਨਾਂ ਨੂੰ ਇੱਕਦਮ ਵੀ ਪ੍ਰਮਾਤਮਾ ਦਾ ਨਾਮ ਨਹੀਂ ਵਿਸਰਦਾ, ਇੱਕ ਪਲ ਵੀ ਪ੍ਰਭੂ ਦਾ ਨਾਮ ਨਹੀਂ ਵਿਸਰਦਾ। ਇਸੇ ਲਈ ਉਹ ਮਨੁੱਖ ਸੰਪੂਰਨ ਤੇ ਉੱਤਮ ਹੁੰਦੇ ਹਨ। ਉਹ ਮਨੁੱਖ ਸੁੱਤੇ ਹੋਏ ਵੀ ਪ੍ਰਮਾਤਮਾ ਦੇ ਨਾਮ ਵਿੱਚ ਜੁੜੇ ਰਹਿੰਦੇ ਹਨ, ਜਾਗਦੇ ਹੋਏ ਵੀ। ਸਵਾਲ ਪੈਦਾ ਹੁੰਦਾ ਹੈ ਕਿ ਸੁੱਤੇ ਹੋਏ ਪ੍ਰਮਾਤਮਾ ਦੇ ਨਾਮ ਵਿੱਚ ਕਿਵੇਂ ਜੁੜ ਸਕਦੇ ਹਨ? ਤੇ ਇਹਦਾ ਜਵਾਬ ਹੈ ਕਿ ਜਦ ਅਸੀਂ ਸੁੱਤੇ ਹੁੰਦੇ ਹਾਂ, ਸਾਨੂੰ ਸੁਪਨੇ ਆਉਂਦੇ ਨੇ, ਤੇ ਬਹੁਤੀ ਵਾਰ ਸੁਪਨੇ ਅਜਿਹੇ ਹੀ ਹੁੰਦੇ ਨੇ ਜਿਸ ਪ੍ਰਕਾਰ ਦੀ ਸਾਡੀ ਸੋਚਣੀ ਹੁੰਦੀ ਹੈ। ਕਈ ਵਾਰ ਤੇ ਦਿਨ ਭਰ ਜੋ ਕੁਝ ਅਸੀਂ ਕੀਤਾ, ਉਹੀ ਸਭ ਕੁਝ ਕਿਸੇ ਹੋਰ ਰੂਪ ਦੇ ਵਿੱਚ, ਥੋੜ੍ਹੇ ਜਿਹੇ ਬਦਲਵੇਂ ਸਵਰੂਪ ਦੇ ਵਿੱਚ ਸਾਨੂੰ ਸੁਪਨਿਆਂ ਦੇ ਵਿੱਚ ਨਜ਼ਰ ਆਉਂਦਾ ਹੈ। ਦਿਨ ਭਰ ਜੇ ਕਿਸੇ ਚਿੰਤਾ ਦੇ ਵਿੱਚ ਸੀ, ਸੁਪਨੇ ਦੇ ਵਿੱਚ ਵੀ ਉਹ ਚਿੰਤਾ ਬਰਕਰਾਰ ਰਹਿ ਜਾਂਦੀ ਹੈ। ਸੋ ਜੇਕਰ ਅਸੀਂ ਦਿਨ ਭਰ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਰਹੀਏ, ਸਾਡੀ ਸੋਚ ਹੀ ਉਸ ਪ੍ਰਕਾਰ ਦੀ ਹੋਵੇ। ਸਿਰਫ ਇਹ ਨਹੀਂ ਕਿ ਤੁਸੀਂ ਪ੍ਰਮਾਤਮਾ ਦਾ ਨਾਮ ਜਪਿਆ, ਸੁਬਾਹ ਸ਼ਾਮ ਗੁਰਬਾਣੀ ਪੜ੍ਹ ਲਈ ਜਾਂ ਵਾਹਿਗੁਰੂ ਦਾ ਜਾਪ ਕਰ ਲਿਆ। ਮਹੱਤਵਪੂਰਨ ਇਹ ਹੈ ਕਿ ਤੁਹਾਡੀ ਅਸਲੀ ਸੋਚ ਕੀ ਹੈ। ਜੇ ਤੁਹਾਡੀ ਸੋਚ, ਜੇ ਤੁਹਾਡਾ ਚਿੱਤ ਹਰ ਵਕਤ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ, ਤਾਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਸੁਪਨਿਆਂ ਦੇ ਵਿੱਚ ਵੀ ਤੁਹਾਨੂੰ ਅਜਿਹਾ ਕੁਝ ਹੀ ਨਜ਼ਰ ਆਵੇਗਾ ਜੋ ਤੁਹਾਨੂੰ ਪ੍ਰਮਾਤਮਾ ਦੇ ਨਾਲ ਜੋੜੀ ਰੱਖੇਗਾ। ਜੇ ਤੁਸੀਂ ਸੱਚੇ ਗੁਰਸਿੱਖ ਹੋ, ਗੁਰਮੁਖ ਹੋ, ਤਾਂ ਤੁਹਾਡੇ ਲਈ ਸੌਣਾ ਜਾਗਣਾ ਇੱਕੋ ਜਿਹਾ ਹੀ ਹੈ। ਜਿੱਥੋਂ ਤੱਕ ਪ੍ਰਮਾਤਮਾ ਦੀ ਯਾਦ ਦੀ ਗੱਲ ਆਉਂਦੀ ਹੈ, ਤੁਸੀਂ ਸੁੱਤੇ ਹੋਏ ਵੀ ਪ੍ਰਮਾਤਮਾ ਨੂੰ ਯਾਦ ਰੱਖਦੇ ਹੋ, ਜਾਗਦੇ ਹੋਏ ਤੇ ਰੱਖਦੇ ਹੀ ਹੋ। ਕਰਮੀ ਸਤਿਗੁਰ ਪਾਈਐ ਅਨੰਦਨ ਲੱਗਾ ਧਿਆਨ, ਤਿਨ ਕੀ ਸੰਗਤ ਮਿਲ ਰਹਾ ਦਰਗਾ ਪਾਈ ਮਾਨ। ਪ੍ਰਭੂ ਦੀ ਮਿਹਰ ਨਾਲ ਸਤਿਗੁਰੂ ਮਿਲਦਾ ਹੈ। ਪ੍ਰਮਾਤਮਾ ਦੀ ਮਿਹਰ ਹੋਵੇ ਤਾਂ ਹੀ ਇਹ ਹਾਲਤ ਸਾਡੀ ਬਣ ਸਕਦੀ ਹੈ ਕਿ ਅਸੀਂ ਸੁੱਤੇ ਹੋਏ ਵੀ ਤੇ ਜਾਗਦੇ ਹੋਏ ਵੀ ਪ੍ਰਮਾਤਮਾ ਦੇ ਨਾਮ ਵਿੱਚ ਆਪਣੇ ਚਿੱਤ ਨੂੰ ਜੋੜੀ ਰੱਖੀਏ। ਗੁਰੂ ਜੀ ਕਹਿੰਦੇ ਮੇਰਾ ਵੀ ਚਿੱਤ ਲੋਚਦਾ ਹੈ ਕਿ ਮੈਂ ਅਜਿਹੇ ਮਨੁੱਖਾਂ ਦੀ ਸੰਗਤ ਕਰਾਂ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਪਾਵਾਂ। ਸੌਂਦੇ ਵਾਹ ਵਾਹ ਉਚਰੈ, ਉੱਠਦੇ ਵੀ ਵਾਹ ਕਰੇ। ਇਹ ਗੱਲ ਬੜੀ ਮਹੱਤਵਪੂਰਨ ਹੈ ਤੇ ਬਹੁਤ ਹੱਦ ਤੱਕ ਨਿਰਧਾਰਤ ਕਰਦੀ ਹੈ ਕਿ ਤੁਸੀਂ ਸੁੱਤੇ ਹੋਏ ਵੀ ਨਾਮ ਜਪਦੇ ਰਹੋਗੇ ਕਿ ਨਹੀਂ। ਜੋ ਗੁਰੂ ਦੇ ਸਨਮੁਖ ਰਹਿਣ ਵਾਲੇ ਵਡਭਾਗੀ ਲੋਕ ਹਨ, ਉਹ ਸੌਂਦੇ ਹੋਏ ਵੀ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ, ਉੱਠਣ ਵੇਲੇ ਵੀ। ਸੌਣ ਵੇਲੇ ਉਹਨਾਂ ਦਾ ਆਖਰੀ ਜੋ ਸ਼ਬਦ ਹੈ, ਆਖਰੀ ਜੋ ਉਚਾਰਨ ਹੈ, ਉਹ ਇਹੀ ਹੁੰਦਾ ਹੈ ਕਿ ਧੰਨ ਹੈ ਤੂੰ ਪ੍ਰਮਾਤਮਾ ਤੇ ਤੇਰਾ ਧੰਨਵਾਦ ਮੈਂ ਕਰਦਾ ਹਾਂ। ਤੇਰੀ ਮਿਹਰ ਦੇ ਨਾਲ ਬੜੀ ਸੁੱਖੀ ਸਾਂਦੀ ਮੇਰਾ ਦਿਨ ਬਤੀਤ ਹੋਇਆ ਹੈ ਤੇ ਤੇਰੀ ਮਿਹਰ ਨਾਲ ਰਾਤ ਵੀ ਸੁੱਖੀ ਸਾਂਦੀ ਬਤੀਤ ਹੋਏਗੀ। ਤੇ ਜਦ ਸੁਬਾਹ ਉੱਠਦੇ ਨੇ ਤੇ ਸੇਮ ਗੱਲ, ਉਹੀ ਵਿਚਾਰ ਕਿ ਹੇ ਪ੍ਰਮਾਤਮਾ ਧੰਨਵਾਦ ਹੈ ਤੇਰਾ, ਤੇਰੀ ਮਿਹਰ ਨਾਲ ਰਾਤ ਸੁੱਖੀ ਸਾਂਦੀ ਬੀਤੀ ਹੈ ਤੇ ਤੇਰੀ ਮਿਹਰ ਨਾਲ ਦਿਨ ਵੀ ਸੁੱਖੀ ਸਾਂਦੀ ਬੀਤੇਗਾ। ਉੱਠਦੇ ਵੀ ਵਾਹ ਕਰਨ ਤੇ ਸੌਂਦੇ ਹੋਏ ਵੀ ਵਾਹ ਵਾਹ ਕਰਨ। ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸੰਭਾਲੇ। ਹੇ ਨਾਨਕ, ਉਹ ਮੂੰਹ ਉਜਲੇ ਹੁੰਦੇ ਹਨ ਜੋ ਸਦਾ ਸੁਚੇਤ ਰਹਿ ਕੇ ਨਾਮ ਨੂੰ ਚੇਤੇ ਰੱਖਦੇ ਹਨ। ਮਹਿਲਾ ਚੌਥਾ। ਸਤਿਗੁਰ ਸੇਵੀਐ ਆਪਣਾ, ਪਾਈਐ ਨਾਮ ਅਪਾਰ, ਭੌਜਲ ਡੁੱਬਦਿਆਂ ਕੱਢ ਲਏ ਹਰ ਦਾਤ ਕਰੇ ਦਾਤਾਰ। ਜੇ ਆਪਣੇ ਸਤਿਗੁਰੂ ਦੀ ਦੱਸੀ ਹੋਈ ਕਾਰ ਕਰੀਏ ਤਾਂ ਨਾ ਮੁੱਕਣ ਵਾਲਾ ਨਾਮ ਖਜ਼ਾਨਾ ਮਿਲ ਜਾਂਦਾ ਹੈ। ਦਾਤਾਂ ਦੇਣ ਵਾਲਾ ਹਰੀ ਨਾਮ ਦੀ ਇਹ ਦਾਤ ਵੀ ਸਾਨੂੰ ਬਖਸ਼ ਦਿੰਦਾ ਹੈ। ਸੰਸਾਰ ਸਾਗਰ ਦੇ ਵਿੱਚ ਡੁੱਬਦਿਆਂ ਹੋਇਆਂ ਨੂੰ ਸਾਨੂੰ ਕੱਢ ਲੈਂਦਾ ਹੈ।
ਧਨ ਧਨ ਸੇ ਸ਼ਾਹ ਹੈ ਜੇ ਨਾਮ ਕਰੈ ਵਪਾਰ, ਵਣਜਾਰੇ ਸਿੱਖ ਆਮਦੇ ਸ਼ਬਦ ਲੰਘਾਵਨ ਹਾਰ। ਅਕਸਰ ਹੀ ਜੋ ਵਪਾਰੀ ਹੁੰਦੇ ਨੇ ਉਹ ਦੂਰ ਦੁਰਾਡੀਆਂ ਥਾਵਾਂ 'ਤੇ ਜਾਂਦੇ ਨੇ ਵਪਾਰ ਕਰਨ ਦੇ ਲਈ। ਹੁਣ ਸਮੇਂ ਬਦਲ ਗਏ ਨੇ, ਕਿਸੇ ਦੂਰ ਦੁਰਾਡੀ ਥਾਂ 'ਤੇ ਕੁਝ ਭੇਜਣਾ ਹੈ ਤੇ ਕੁਰੀਅਰ ਸਰਵਿਸਿਜ਼ ਹੁੰਦੀਆਂ ਨੇ, ਉਹਨਾਂ ਦੀ ਵਰਤੋਂ ਕਰ ਲਈ ਜਾਂਦੀ ਹੈ। ਪੁਰਾਣੇ ਸਮਿਆਂ ਦੇ ਵਿੱਚ ਅਕਸਰ ਹੀ ਵਪਾਰੀ ਆਪ ਹੀ ਜਾਇਆ ਕਰਦੇ ਸਨ। ਨਿਰਭਰ ਕਰਦਾ ਸੀ ਕਿ ਉਹਨਾਂ ਨੇ ਜਾਣਾ ਕਿੱਥੇ ਹੈ। ਬਹੁਤ ਵਾਰ ਉਹਨਾਂ ਨੂੰ ਨਦੀਆਂ, ਦਰਿਆ, ਸਮੁੰਦਰ ਵੀ ਪਾਰ ਕਰਨੇ ਪੈਂਦੇ ਸੀ। ਸੋ ਉਸੇ ਪ੍ਰਕਾਰ ਇਹ ਸੰਸਾਰ ਵੀ ਇੱਕ ਸਮੁੰਦਰ ਵਰਗਾ ਹੈ। ਜੇ ਕੋਈ ਸਹਾਰਾ ਨਾ ਹੋਵੇ ਤੇ ਮਨੁੱਖ ਇਸ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਜਾਂਦਾ ਹੈ। ਵਿਕਾਰ ਰੂਪੀ ਮਗਰਮੱਛ ਇਹਨੂੰ ਖਾਣ ਦੇ ਲਈ, ਇਹਨੂੰ ਨਿਗਲਣ ਦੇ ਲਈ ਤਿਆਰ ਬੈਠੇ ਰਹਿੰਦੇ ਹਨ। ਗੁਰੂ ਜੀ ਕਹਿੰਦੇ ਉਹ ਸ਼ਾਹ ਧਨ ਹਨ, ਉਹ ਵਪਾਰੀ ਧਨ ਹਨ ਜੋ ਨਾਮ ਦਾ ਵਪਾਰ ਕਰਦੇ ਹਨ। ਤੇ ਇਹ ਵਣਜ ਕਰਨ ਵਾਲੇ, ਇਹ ਵਪਾਰ ਕਰਨ ਵਾਲੇ ਸਿੱਖ ਜਦੋਂ ਸਤਿਗੁਰੂ ਦੇ ਕੋਲ ਆਉਂਦੇ ਹਨ ਤਾਂ ਸਤਿਗੁਰੂ ਉਹਨਾਂ ਨੂੰ ਆਪਣੇ ਸ਼ਬਦ ਰਾਹੀਂ ਭੌਜਲ ਤੋਂ ਪਾਰ ਉਤਾਰ ਦਿੰਦਾ ਹੈ। ਸਤਿਗੁਰੂ ਦਾ ਸ਼ਬਦ ਸਾਡੇ ਲਈ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦਾ ਸਹਾਰਾ ਬਣਦਾ ਹੈ। ਸਾਡੇ ਲਈ ਉਹ ਕਿਸ਼ਤੀ ਹੈ, ਉਹ ਜਹਾਜ਼ ਹੈ ਜਿਹਦੇ 'ਚ ਬੈਠ ਕੇ ਅਸੀਂ ਸੰਸਾਰ ਸਮੁੰਦਰ ਨੂੰ ਤਰ ਸਕਦੇ ਹਾਂ। ਜਨ ਨਾਨਕ ਜਿਨ ਕਉ ਕਿਰਪਾ ਭਈ, ਤਿਨ ਸੇਵਿਆ ਸਿਰਜਨਹਾਰ। ਇਹ ਦਾਸ ਨਾਨਕ, ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ, ਜਿਨ੍ਹਾਂ 'ਤੇ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ, ਉਹ ਹੀ ਸਿਰਜਨਹਾਰ ਪ੍ਰਭੂ ਦੀ ਬੰਦਗੀ ਕਰਦੇ ਹਨ। ਪੌੜੀ। ਸੱਚ ਸੱਚੇ ਕੇ ਜਨ ਭਗਤ ਹੈ, ਸੱਚ ਸੱਚਾ ਜਿਨੀ ਅਰਾਧਿਆ। ਜੋ ਮਨੁੱਖ ਸੱਚੇ ਹਰੀ ਦਾ ਸੱਚਮੁੱਚ ਭਜਨ ਕਰਦੇ ਹਨ, ਉਹ ਹੀ ਸੱਚੇ ਦੇ ਭਗਤ ਕਹੀਦੇ ਹਨ। ਜਿਨ ਗੁਰਮੁਖ ਖੋਜ ਢੰਡੋਲਿਆ, ਤਿਨ ਅੰਦਰੋਂ ਹੀ ਸੱਚ ਲਾਧਿਆ। ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਨੇ ਖੋਜ ਪੜਤਾਲ ਕੀਤੀ, ਢੂੰਡਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਆਪਣੇ ਹਿਰਦੇ ਵਿੱਚੋਂ ਹੀ ਪ੍ਰਮਾਤਮਾ ਨੂੰ ਲੱਭ ਲਿਆ। ਸੱਚ ਸਾਹਿਬ ਸੱਚ ਜਿਨੀ ਸੇਵਿਆ, ਕਾਲ ਕੰਟਕ ਮਾਰ ਤਿਨੀ ਸਾਧਿਆ। ਸੱਚੇ ਪ੍ਰਮਾਤਮਾ ਨੂੰ ਜਿਨ੍ਹਾਂ ਨੇ ਸੱਚਮੁੱਚ ਸੇਵਿਆ ਹੈ, ਉਹਨਾਂ ਨੇ ਦੁਖਦਾਈ ਕਾਲ ਨੂੰ ਮਾਰ ਕੇ ਕਾਬੂ ਕਰ ਲਿਆ ਹੈ। ਉਹਨਾਂ ਨੂੰ ਮੌਤ ਦਾ ਡਰ ਰਹਿ ਨਹੀਂ ਜਾਂਦਾ। ਸੱਚ ਸੱਚਾ ਸਭ ਤੋਂ ਵੱਡਾ ਹੈ, ਸੱਚ ਸੇਵਨ ਸੇ ਸੱਚ ਰਲਾਧਿਆ। ਰਲਾਧਿਆ ਤੋਂ ਭਾਵ ਰਲ ਜਾਣਾ। ਸੱਚਾ ਹਰੀ ਜੋ ਸਭ ਤੋਂ ਵੱਡਾ ਹੈ, ਜੋ ਮਨੁੱਖ ਉਸ ਸੱਚੇ ਹਰੀ ਦੀ ਬੰਦਗੀ ਕਰਦੇ ਹਨ, ਉਹ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਹਨ, ਰਲ ਜਾਂਦੇ ਹਨ। ਸੱਚ ਸੱਚੇ ਨੂੰ ਸ਼ਾਬਾਸ਼ ਹੈ, ਸੱਚ ਸੱਚਾ ਸੇਵ ਫਲਾਧਿਆ। ਫਲਾਧਿਆ ਤੋਂ ਭਾਵ ਫਲ ਪ੍ਰਾਪਤੀ। ਧਨ ਹੈ ਸੱਚਾ ਪ੍ਰਭੂ, ਧਨ ਹੈ ਸੱਚਾ ਪ੍ਰਭੂ। ਇਸ ਤਰ੍ਹਾਂ ਜੋ ਮਨੁੱਖ ਸੱਚਮੁੱਚ ਹੀ ਸੱਚੇ ਪ੍ਰਭੂ ਦੀ ਆਰਾਧਨਾ ਕਰਦੇ ਹਨ, ਉਹਨਾਂ ਨੂੰ ਉੱਤਮ ਫਲ ਪ੍ਰਾਪਤ ਹੁੰਦਾ ਹੈ। ਉਹ ਆਪਣੇ ਮਨੁੱਖੇ ਜਨਮ ਨੂੰ ਸਫਲ ਕਰ ਲੈਂਦੇ ਹਨ। ਸ਼ਲੋਕ ਮਹਿਲਾ ਚੌਥਾ। ਮਨਮੁਖ ਪ੍ਰਾਣੀ ਮੁਗਧ ਹੈ, ਨਾਮਹੀਣ ਭਰਮਾਏ। ਬਿਨ ਗੁਰ ਮਨੁਆ ਨਾ ਟਿਕੈ, ਫਿਰ ਜੂਨੀ ਪਾਈ। ਮਨਮੁਖ ਮਨੁੱਖ ਮੂਰਖ ਹੈ, ਨਾਮ ਤੋਂ ਸੱਖਣਾ ਭਟਕਦਾ ਫਿਰਦਾ ਹੈ। ਸਤਿਗੁਰੂ ਤੋਂ ਬਿਨਾ ਮਨ ਨੂੰ ਆਸਰਾ ਨਹੀਂ ਮਿਲਦਾ, ਮਨ ਟਿਕਦਾ ਨਹੀਂ। ਜਦ ਤੱਕ ਤੁਹਾਨੂੰ ਸਤਿਗੁਰੂ ਨਹੀਂ ਮਿਲਦਾ, ਸਤਿਗੁਰੂ ਦੇ ਨਾਲ ਤੁਹਾਡੀ ਪ੍ਰੀਤ ਨਹੀਂ ਪੈਂਦੀ, ਤੁਹਾਡਾ ਮਨ ਉਦੋਂ ਤੱਕ ਟਿਕਣਾ ਨਹੀਂ, ਜੂਨਾਂ ਦੇ ਵਿੱਚ ਭਟਕਦਾ ਫਿਰੇਗਾ। ਇਸ ਪੰਕਤੀ ਤੋਂ ਇਹ ਗੱਲ ਇੱਕ ਵਾਰ ਫਿਰ ਤੋਂ ਸਾਬਿਤ ਹੋ ਜਾਂਦੀ ਹੈ ਕਿ ਇਹ ਜੂਨਾਂ ਦੇ ਵਿੱਚ ਭਟਕਣ ਦਾ ਜੋ ਕਨਸੈਪਟ ਹੈ, ਸੰਕਲਪ ਹੈ, ਉਹ ਮੌਤ ਤੋਂ ਬਾਅਦ ਦਾ ਨਹੀਂ ਹੈ। ਇਹ ਨਹੀਂ ਕਿ ਅੱਜ ਤੁਸੀਂ ਮਨੁੱਖੇ ਜੀਵਨ ਦੇ ਵਿੱਚ ਹੋ, ਕੱਲ੍ਹ ਨੂੰ ਤੁਸੀਂ ਮੌਤ ਤੋਂ ਬਾਅਦ ਤੁਸੀਂ ਕਿਸੇ ਹੋਰ ਜੀਵਨ ਦੇ ਵਿੱਚ ਚਲ ਜਾਓਗੇ। ਗੱਲ ਇਹ ਹੈ ਕਿ ਜਦ ਤੱਕ ਤੁਸੀਂ ਜੀਵਤ ਹੋ, ਤੁਹਾਡਾ ਮਨ ਟਿਕਿਆ ਹੋਇਆ ਹੈ ਕਿ ਭਟਕਦਾ ਫਿਰਦਾ ਹੈ, ਕਦੇ ਇਸ ਜੂਨ ਦੇ ਵਿੱਚ, ਕਦੇ ਉਸ ਜੂਨ ਦੇ ਵਿੱਚ। ਇਸ ਵਿਸ਼ੇ 'ਤੇ ਬੜੇ ਵਿਸਥਾਰ ਪੂਰਵਕ ਅਸੀਂ ਗੱਲ ਇੱਕ ਵੀਡੀਓ ਦੇ ਵਿੱਚ ਕੀਤੀ ਹੈ। ਉਹਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਹੈ, ਤੁਸੀਂ ਵੇਖ ਸਕਦੇ ਹੋ ਜੇ ਨਹੀਂ ਵੇਖੀ ਹੈ ਤਾਂ।
ਹਰ ਪ੍ਰਭ ਆਪ ਦਇਆਲ ਹੋਏ, ਤਾਂ ਸਤਿਗੁਰ ਮਿਲਿਆ ਆਏ। ਜਨ ਨਾਨਕ ਨਾਮ ਸਲਾਹ ਤੂੰ, ਜਨਮ ਮਰਨ ਦੁੱਖ ਜਾਏ। ਜੇ ਹਰੀ ਪ੍ਰਭੂ ਆਪ ਮਿਹਰ ਕਰੇ ਤਾਂ ਸਤਿਗੁਰ ਨਾਲ ਮਿਲਾਪ ਹੁੰਦਾ ਹੈ ਤੇ ਸਤਿਗੁਰੂ ਦੇ ਆਸਰੇ ਸਾਡਾ ਮਨ ਟਿਕਦਾ ਹੈ। ਇਸ ਵਾਸਤੇ ਹੇ ਦਾਸ ਨਾਨਕ, ਤੂੰ ਵੀ ਨਾਮ ਦੀ ਸਿਫਤ ਸਲਾਹ ਕਰ, ਤਾਂ ਕਿ ਤੇਰਾ ਸਾਰੀ ਉਮਰ ਦਾ ਦੁੱਖ ਮੁੱਕ ਜਾਏ। ਮਹਿਲਾ ਚੌਥਾ। ਗੁਰ ਸਲਾਹੀ ਆਪਣਾ, ਬਹੁ ਬਿਧ ਰੰਗ ਸੁਭਾਏ। ਸਤਿਗੁਰ ਸੇਤੀ ਮਨ ਰਤਾ, ਰੱਖਿਆ ਬਣਤ ਬਣਾਏ। ਗੁਰੂ ਜੀ ਕਹਿੰਦੇ ਕਿ ਮੇਰਾ ਮਨ ਲੋਚਦਾ ਹੈ ਕਿ ਕਈ ਤਰ੍ਹਾਂ ਨਾਲ ਪਿਆਰੇ ਸਤਿਗੁਰੂ ਦੇ ਪਿਆਰ ਵਿੱਚ ਤੇ ਸੁਭਾਅ ਵਿੱਚ ਲੀਨ ਹੋ ਕੇ ਉਸ ਦੀ ਸਿਫਤ ਸਲਾਹ ਕਰਾਂ। ਮੇਰਾ ਮਨ ਪਿਆਰੇ ਸਤਿਗੁਰੂ ਨਾਲ ਰੰਗਿਆ ਗਿਆ ਹੈ। ਗੁਰੂ ਨੇ ਮੇਰੇ ਮਨ ਨੂੰ ਸਵਾਰ ਬਣਾ ਦਿੱਤਾ ਹੈ। ਜਿਹਵਾ ਸਲਾਹੇ ਨਾ ਰਜਈ, ਹਰ ਪ੍ਰੀਤਮ ਚਿੱਤ ਲਾਈ। ਮੇਰੀ ਜੀਵ ਸਿਫਤ ਸਲਾਹ ਕਰਕੇ ਰਜਦੀ ਨਹੀਂ। ਮੇਰਾ ਮਨ ਪ੍ਰੀਤਮ ਪ੍ਰਭੂ ਨਾਲ ਨਿਉ ਕੇ ਨਹੀਂ ਰਜਦਾ, ਪਰਮਾਤਮਾ ਦੇ ਨਾਲ ਚਿੱਤ ਜੋੜ ਕੇ ਨਹੀਂ ਰਜਦਾ। ਨਾਨਕ ਨਾਵੈ ਕੀ ਮਨ ਭੁੱਖ ਹੈ, ਮਨ ਤ੍ਰਿਪਤਾ ਹਰ ਰਸ ਖਾਏ। ਹੇ ਨਾਨਕ, ਮਨ ਵਿੱਚ ਤਾਂ ਨਾਮ ਦੀ ਭੁੱਖ ਹੈ, ਮਨ ਤਾਂ ਹੀ ਰਚੇ ਜੇ ਪ੍ਰਭੂ ਦੇ ਨਾਮ ਦਾ ਸਵਾਦ ਚੱਖ ਲਵਾਂ। ਪੌੜੀ। ਸੱਚ ਸੱਚਾ ਕੁਦਰਤ ਜਾਣੀਐ, ਦਿਨ ਰਾਤੀ ਜਿਨ ਬਣਾਈਆਂ। ਸੋ ਸੱਚ ਸਲਾਹੀ ਸਦਾ ਸਦਾ, ਸੱਚ ਸੱਚੇ ਕੀਆਂ ਵਡਿਆਈਆਂ। ਜਿਸ ਪ੍ਰਭੂ ਨੇ ਦਿਨ ਤੇ ਰਾਤ ਵਰਗੇ ਕੌਤਕ ਬਣਾਏ ਹਨ, ਇਹ ਕੁਦਰਤ ਬਣਾਈ ਹੈ। ਬਣਾਈ ਹੋਈ ਕੁਦਰਤ ਦੇ ਵਿੱਚੋਂ ਹੀ ਉਹ ਪਰਮਾਤਮਾ ਵੱਡਾ ਵਡਿਆਈਆਂ ਵਾਲਾ ਮਾਲੂਮ ਹੁੰਦਾ ਹੈ। ਇਹ ਪਤਾ ਚੱਲਦਾ ਹੈ ਕਿ ਉਹ ਪਰਮਾਤਮਾ ਕਿੱਡਾ ਵਿਸ਼ਾਲ ਹੈ, ਕਿੰਨਾ ਤਾਕਤਵਰ ਹੈ। ਇੱਕ ਭਾਈ ਸਾਹਿਬ ਇਹ ਪ੍ਰਚਾਰ ਅਕਸਰ ਕਰਦੇ ਨੇ ਕਿ ਇਹ ਕੁਦਰਤ ਹੀ ਪਰਮਾਤਮਾ ਹੈ। ਇਸ ਪੰਕਤੀ ਦੇ ਰਾਹੀਂ ਅਸੀਂ ਸਮਝ ਸਕਦੇ ਹਾਂ ਕਿ ਕੁਦਰਤ ਪਰਮਾਤਮਾ ਨਹੀਂ, ਕੁਦਰਤ ਨੂੰ ਬਣਾਉਣ ਵਾਲਾ ਪਰਮਾਤਮਾ ਹੈ। ਇਹ ਦਿਨ ਅਤੇ ਰਾਤ ਵਰਗੇ ਕੌਤਕ ਜਿਸ ਨੇ ਬਣਾਏ ਨੇ ਉਹ ਪਰਮਾਤਮਾ ਹੈ, ਇਹ ਦਿਨ ਰਾਤ ਪਰਮਾਤਮਾ ਨਹੀਂ। ਇੰਨੀ ਵਿਸ਼ਾਲ ਕੁਦਰਤ ਜਿਸ ਨੇ ਬਣਾਈ ਹੈ ਉਹ ਪਰਮਾਤਮਾ ਹੈ, ਇਹ ਕੁਦਰਤ ਪਰਮਾਤਮਾ ਨਹੀਂ ਹੈ। ਇਸ ਲਈ ਅਗਲੀ ਪੰਕਤੀ ਦੇ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਸੋ ਸੱਚ ਸਲਾਹੀ ਸਦਾ ਸਦਾ, ਸੱਚ ਸੱਚੇ ਕੀਆਂ ਵਡਿਆਈਆਂ। ਮੇਰਾ ਮਨ ਚਾਹੁੰਦਾ ਹੈ ਮੈਂ ਸਦਾ ਉਸ ਸੱਚੇ ਪ੍ਰਭੂ ਦੀ ਸਿਫਤ ਸਲਾਹ ਕਰਾਂ ਤੇ ਵਡਿਆਈ ਆਖਾਂ। ਸਲਾਹੀ ਸੱਚ ਸਲਾਹ ਸੱਚ, ਸੱਚ ਕੀਮਤ ਕਿਨੈ ਨਾ ਪਾਈਆ। ਸਲਾਉਣ ਯੋਗ ਉਹ ਪਰਮਾਤਮਾ ਵੀ ਸੱਚਾ ਹੈ, ਉਹਦੀ ਵਡਿਆਈ ਵੀ ਸੱਚੀ ਹੈ, ਸਦਾ ਥਿਰ ਰਹਿਣ ਵਾਲੀ ਹੈ। ਪਰ ਅੱਜ ਤੱਕ ਕਦੇ ਕਿਸੇ ਨੇ ਵੀ ਉਸ ਪਰਮਾਤਮਾ ਦੀ ਕੀਮਤ ਨਹੀਂ ਪਾਈ। ਜਾਂ ਮਿਲਿਆ ਪੂਰਾ ਸਤਿਗੁਰੂ, ਤਾਂ ਹਾਜ਼ਰ ਨਤਰੀ ਆਈਆਂ। ਜਦੋਂ ਪੂਰਾ ਸਤਿਗੁਰੂ ਮਿਲਦਾ ਹੈ ਤਾਂ ਪਰਮਾਤਮਾ ਦੀਆਂ ਵਡਿਆਈਆਂ ਪ੍ਰਤੱਖ ਦਿਸ ਪੈਂਦੀਆਂ ਹਨ। ਇਸ ਕੁਦਰਤ ਦੇ ਇੰਨੇ ਗੁੰਝਲਦਾਰ ਵਰਤਾਰੇ ਆਮ ਤੌਰ 'ਤੇ ਸਾਨੂੰ ਉਹਨੇ ਦਿਲ ਹਲੂਣ ਵਾਲੇ ਲੱਗਦੇ ਨਹੀਂ। ਆਮ ਤੌਰ 'ਤੇ ਸਾਡੇ ਦਿਲ 'ਤੇ, ਸਾਡੀ ਮਨੋਵਿਰਤੀ 'ਤੇ ਉਹ ਬਹੁਤਾ ਗਹਿਰਾ ਅਸਰ ਛੱਡਦੇ ਨਹੀਂ। ਪਰ ਜਦ ਪੂਰਾ ਸਤਿਗੁਰੂ ਮਿਲ ਜਾਏ ਤਾਂ ਕੁਦਰਤ ਦੇ ਇਹ ਵਰਤਾਰੇ ਵੀ ਸਾਨੂੰ ਪਰਮਾਤਮਾ ਦੀ ਵਡਿਆਈ ਲੱਗਣ ਲੱਗਦੇ ਹਨ। ਕੁਦਰਤ ਦੇ ਵਰਤਾਰਿਆਂ ਦੇ ਵਿੱਚੋਂ ਸਾਨੂੰ ਪਰਮਾਤਮਾ ਪ੍ਰਤੱਖ ਨਜ਼ਰ ਆਉਣ ਲੱਗਦਾ ਹੈ। ਸੱਚ ਗੁਰਮੁਖ ਜਿਨੀ ਸਲਾਹਿਆ, ਤਿਨਾਂ ਭੁੱਖਾਂ ਸਭ ਗਵਾਈਆਂ। ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਸੱਚੇ ਪ੍ਰਭੂ ਦੀ ਵਡਿਆਈ ਕਰਦੇ ਹਨ, ਉਹਨਾਂ ਦੀਆਂ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਹਨ। ਸ਼ਲੋਕ ਮਹਿਲਾ ਚੌਥਾ। ਮੈਂ ਮਨ ਤਨ ਖੋਜ ਖੁਜੇਂਦਿਆਂ, ਸੋ ਪ੍ਰਭ ਲੱਦਾ ਲੋੜ। ਵਿਸ਼ਟ ਗੁਰੂ ਮੈਂ ਪਾਇਆ, ਜਿਨ ਹਰ ਪ੍ਰਭ ਦਿੱਤਾ ਜੋੜ। ਗੁਰੂ ਜੀ ਕਹਿੰਦੇ ਮਨ ਤੇ ਸਰੀਰ ਨੂੰ ਖੋਜਦਿਆਂ ਖੋਜਦਿਆਂ ਮੈਂ ਅੰਤ ਨੂੰ ਪ੍ਰਭੂ ਲੱਭ ਹੀ ਲਿਆ, ਪਰ ਮੈਂ ਆਪਣੇ ਬਲ ਦੇ ਆਸਰੇ ਲੱਭ ਨਹੀਂ ਸਕਦਾ। ਸਤਿਗੁਰੂ ਮੈਨੂੰ ਵਕੀਲ ਦੇ ਰੂਪ ਵਿੱਚ ਮਿਲਿਆ, ਜਿਸ ਨੇ ਮੇਰਾ ਮੇਲ ਪ੍ਰਭੂ ਨਾਲ ਕਰਵਾ ਦਿੱਤਾ। ਮਹਿਲਾ ਤੀਜਾ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲ ਕਝੋਲਾ।
ਜਿਸ ਮਨੁੱਖ ਨੇ ਆਪਣੇ ਹਿਰਦੇ ਵਿੱਚ ਮਾਇਆ ਦਾ ਪਿਆਰ ਧਾਰਨ ਕੀਤਾ ਹੋਇਆ ਹੈ, ਉਹ ਸਤਿਗੁਰੂ ਦੀਆਂ ਸਿੱਖਿਆਵਾਂ ਵੱਲੋਂ ਅੰਨਾ ਤੇ ਬੋਲਾ ਹੈ। ਨਾ ਹੀ ਤੇ ਉਹ ਸਤਿਗੁਰੂ ਦਾ ਦਰਸ਼ਨ ਕਰਕੇ ਭਤੀਜਦਾ ਹੈ, ਤੇ ਨਾ ਹੀ ਸਤਿਗੁਰੂ ਦਾ ਉਪਦੇਸ਼ ਸੁਣ ਕੇ ਉਹਨੂੰ ਆਪਣੇ ਅੰਦਰ ਵਸਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਮਨੁੱਖ ਸ਼ਬਦ ਨਹੀਂ ਸੁਣਦਾ। ਸ਼ਬਦ ਨਾ ਸੁਣਈ ਬਹੁ ਰੋਲ ਘਚੋਲਾ। ਸ਼ਬਦ ਤੋਂ ਬਿਨਾਂ ਹੋਰ ਬਹੁਤ ਪ੍ਰਕਾਰ ਦੇ ਰੋਲ ਘਚੋਲੇ ਰੌਲੇ ਗੌਲੇ ਦੇ ਵਿੱਚ ਪਿਆ ਰਹਿੰਦਾ ਹੈ। ਗੁਰਮੁਖ ਜਾਪੈ ਸ਼ਬਦ ਲਿਵ ਲਾਏ, ਹਰ ਨਾਮ ਸੁਣ ਮੰਨੇ ਹਰ ਨਾਮ ਸਮਾਈ। ਜੋ ਗੁਰਮੁਖ ਹੈ, ਜੋ ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹ ਇਸ ਪ੍ਰਕਾਰ ਦਾ ਨਜ਼ਰ ਆਉਂਦਾ ਹੈ ਕਿ ਉਹਦੀ ਬਿਰਤੀ ਸ਼ਬਦ ਦੇ ਵਿੱਚ ਜੁੜੀ ਹੁੰਦੀ ਹੈ। ਸ਼ਬਦ ਲਿਵ ਲਾਏ, ਹਰ ਨਾਮ ਸੁਣ ਮੰਨੇ। ਹਰੀ ਦੇ ਨਾਮ ਨੂੰ ਸੁਣ ਕੇ ਉਸ 'ਤੇ ਸਿਦਕ ਲਿਆਉਂਦਾ ਹੈ। ਸਿਰਫ ਸੁਣਦਾ ਨਹੀਂ, ਪ੍ਰਮਾਤਮਾ ਦੇ ਨਾਮ ਨੂੰ ਮੰਨਦਾ ਵੀ ਹੈ। ਹਰ ਨਾਮ ਸਮਾਏ, ਪ੍ਰਮਾਤਮਾ ਦੇ ਨਾਮ ਵਿੱਚ ਲੀਨ ਵੀ ਹੋਇਆ ਰਹਿੰਦਾ ਹੈ। ਜੋ ਤਿਸ ਭਾਵੈ ਸੋ ਕਰੇ ਕਰਾਇਆ, ਨਾਨਕ ਵਜਦਾ ਜੰਤ ਵਜਾਇਆ। ਪਰ ਮਾਇਆ ਧਾਰੀ ਜਾਂ ਗੁਰਮੁਖ ਦੇ ਹੱਥ ਵੱਸ ਨਹੀਂ ਕਿ ਉਹਨੇ ਮਾਇਆ ਧਾਰੀ ਬਣਨਾ ਹੈ ਜਾਂ ਗੁਰਮੁਖ ਬਣਨਾ ਹੈ। ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹ ਮਨੁੱਖ ਨੂੰ ਉਸੇ ਪ੍ਰਕਾਰ ਦਾ ਹੀ ਬਣਾਉਂਦਾ ਹੈ, ਉਹਦੇ ਤੋਂ ਉਸੇ ਪ੍ਰਕਾਰ ਦਾ ਕਾਰਜ ਕਰਵਾਉਂਦਾ ਹੈ। ਹੇ ਨਾਨਕ, ਜੀਵ ਤਾਂ ਇੱਕ ਵਾਜਾ ਹੈ, ਇਹਨੂੰ ਵਜਾਉਣ ਵਾਲਾ ਪ੍ਰਮਾਤਮਾ ਹੈ। ਜਿਸ ਪ੍ਰਕਾਰ ਉਹਦਾ ਜੀ ਕਰਦਾ ਹੈ, ਉਹ ਜੀਵ ਨੂੰ ਵਜਾਉਂਦਾ ਹੈ। ਜਿਵੇਂ ਦਾ ਪ੍ਰਮਾਤਮਾ ਹੁਕਮ ਕਰਦਾ ਹੈ, ਉਵੇਂ ਦਾ ਕੁਝ ਹੀ ਜੀਵ ਬੋਲਦਾ ਹੈ। ਸੋ ਇੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 313ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਕਰਦੇ ਹਾਂ ਜੀ। ਪ੍ਰਮਾਤਮਾ ਦੀ ਸਿਫਤ ਸਲਾਹ ਅੱਜ ਦੀ ਗੁਰਬਾਣੀ ਦੇ ਵਿੱਚ ਸਾਨੂੰ ਪੜ੍ਹਨ ਨੂੰ ਮਿਲੀ ਹੈ। ਸੌਂਦੇ ਹੋਏ ਵੀ ਤੇ ਜਾਗਦੇ ਹੋਏ ਵੀ ਪ੍ਰਮਾਤਮਾ ਦੇ ਨਾਮ ਵਿੱਚ ਕਿਵੇਂ ਲਿਵ ਜੋੜ ਕੇ ਰੱਖਣੀ ਹੈ, ਇਹ ਸਾਨੂੰ ਸਿੱਖਣ ਨੂੰ ਮਿਲਿਆ ਹੈ। ਸੌਣ ਵੇਲੇ ਉੱਠਣ ਵੇਲੇ ਕੀ ਕਹਿਣਾ ਹੈ, ਕਿਵੇਂ ਪ੍ਰਮਾਤਮਾ ਦਾ ਧੰਨਵਾਦ ਕਰਨਾ ਹੈ, ਇਹ ਵੀ ਸਾਨੂੰ ਸਿੱਖਣ ਨੂੰ ਮਿਲਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਸੰਸਾਰ ਇੱਕ ਸਮੁੰਦਰ ਵਰਗਾ ਹੈ। ਵਿਕਾਰਾਂ ਰੂਪੀ ਅਨੇਕਾਂ ਹੀ ਜੀਵ ਮਨੁੱਖ ਦੇ ਮਾਨਸਿਕਤਾ ਨੂੰ ਨਿਗਲਣ ਦੇ ਲਈ ਤਿਆਰ ਬੈਠੇ ਨੇ। ਇਸ ਸਮੁੰਦਰ ਤੋਂ ਪਾਰ ਲੰਘਣਾ ਤਾਂ ਸਤਿਗੁਰੂ ਦੇ ਸ਼ਬਦ ਦਾ ਆਸਰਾ ਲੈਣਾ ਪੈਂਦਾ ਹੈ। ਤੇ ਆਖਰੀ ਗੱਲ ਕਿ ਇਹ ਕੁਦਰਤ ਪ੍ਰਮਾਤਮਾ ਨਹੀਂ, ਕੁਦਰਤ ਨੂੰ ਬਣਾਉਣ ਵਾਲਾ ਪ੍ਰਮਾਤਮਾ ਹੈ। ਉਮੀਦ ਕਰਦੇ ਹਾਂ ਇਹਨਾਂ ਸਾਰੀਆਂ ਹੀ ਗੱਲਾਂ ਨੂੰ ਤੁਸੀਂ ਸੁਹਿਰਦਤਾ ਦੇ ਨਾਲ ਸਮਝਿਆ ਹੋਵੇਗਾ ਤੇ ਆਪਣੇ ਜੀਵਨ ਦੇ ਵਿੱਚ ਲਾਗੂ ਕਰੋਗੇ। ਵੀਡੀਓ ਚੰਗੀ ਲੱਗੇ ਤੇ ਅੱਗੇ ਜ਼ਰੂਰ ਸ਼ੇਅਰ ਕਰਿਓ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।